ਕੈਨੇਡਾ ਦਾ ਜਿੱਥੇ ਅਪਡੇਟ ਆ ਗਿਆ ਪੀਟੀ ਨੂੰ ਅਪਰੂਵਲ ਮਿਲ ਗਈ ਐਸਡੀਐਸ ਕੈਟਾਗਰੀ ਦੇ ਵਿੱਚ, ਪਰ ਉੱਥੇ ਹੀ ਸਟੂਡੈਂਟਸ ਬੜੇ ਕਨਫਿਊਜ਼ ਨੇ। ਸੈਪਟੈਂਬਰ ਇਨਟੇਕ ਲਈ ਜੇਕਰ ਤੁਸੀਂ ਅਪਲਾਈ ਕਰ ਰਹੇ ਹੋ ਤਾਂ ਫਿਲਹਾਲ ਤੁਸੀਂ ਪੀਟੀ ਦੇ ਨਾਲ ਜੇਕਰ ਅਪਲਾਈ ਕਰਨਾ ਹੈ ਤਾਂ ਨੌਨ ਐਸਡੀਐਸ ਦੇ ਵਿੱਚ ਹੀ ਅਪਲਾਈ ਕਰ ਸਕੋਗੇ, ਕਿਉਂਕਿ ਨਵੇਂ ਰੂਲਸ ਜਿਹੜੇ ਨੇ ਉਹ 10 ਅਗਸਤ ਤੋਂ ਬਾਅਦ ਐਪਲੀਕੇਬਲ ਨੇ। ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਫਿਲਹਾਲ ਜੇਕਰ ਤੁਸੀਂ ਪੀਟੀ ਦੇ ਨਾਲ ਅਪਲਾਈ ਕਰਨਾ ਹੈ ਤੁਹਾਨੂੰ ਕਿੰਨਾ ਸਕੋਰ ਚਾਹੀਦਾ ਹੈ, ਕਿੰਨੇ ਸਕੋਰ ਨਾਲ ਤੁਸੀਂ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਹੋ। ਦੂਸਰੇ ਪਾਸੇ ਰਿਸੈਸ਼ਨ, ਕੰਮ ਨੂੰ ਲੈ ਕੇ ਜਿਹੜਾ ਸਟੂਡੈਂਟ ਦਾ ਸਵਾਲ ਬਣਿਆ, ਕੰਮ ਨਹੀਂ ਮਿਲ ਰਿਹਾ, ਕਿੱਥੇ ਅਪਲਾਈ ਕਰੀਏ, ਸੋ ਉਹ ਵੀ ਤੁਹਾਨੂੰ ਗਾਈਡ ਕਰਾਂਗੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕਿ ਤੁਹਾਨੂੰ ਕੰਮ ਨੂੰ ਲੈ ਕੇ ਵੀ ਕੋਈ ਦਿੱਕਤ ਨਾ ਆਵੇ ਜੇ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ। ਬਹੁਤ ਬਹੁਤ ਸਵਾਗਤ ਹੈ ਜੀ, ਮੈਂ ਹਾਂ ਹਰਜੋਤ ਕੌਰ ਤੇ ਅੱਜ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਫਰੰਟੀਅਰ ਇਮੀਗ੍ਰੇਸ਼ਨਸ ਤੋਂ ਅਬਰੋਡ ਐਜੂਕੇਸ਼ਨ ਐਡਵਾਈਜ਼ਰ ਹਿਤੇਸ਼ ਚੰਨਾ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਹਿਤੇਸ਼। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਹਿਤੇਸ਼, ਜਦੋਂ ਕੋਈ ਨਵਾਂ ਅਪਡੇਟ ਆਉਂਦਾ ਹੈ, ਕਿਤੇ ਵੀ ਕੋਈ ਰੂਲ ਚੇਂਜ ਹੁੰਦਾ ਹੈ ਤਾਂ ਇੱਕ ਬਹੁਤ ਦੁਵਿਧਾ ਵਾਲੀ ਸਥਿਤੀ ਬਣ ਜਾਂਦੀ ਹੈ, ਕਿਉਂਕਿ ਰੂਲ ਅਪਡੇਟ ਹੋ ਜਾਂਦਾ ਹੈ, ਐਪਲੀਕੇਬਲ ਕਦੋਂ ਤੋਂ ਹੈ ਉਸ ਤੋਂ ਪਹਿਲਾਂ ਹੀ ਸਟੂਡੈਂਟ ਫਿਕਰਮੰਦ ਹੋ ਜਾਂਦੇ ਨੇ। ਸੋ ਮੈਂ ਜਿਹੜਾ ਪੀਟੀ ਦਾ ਅਪਡੇਟ ਆਇਆ ਹੈ, ਐਸਡੀਐਸ ਵਿੱਚ ਅਪਰੂਵਲ ਮਿਲ ਗਈ ਹੈ, ਇਸ ਨੂੰ ਲੈ ਕੇ ਸੈਪਟੈਂਬਰ ਇਨਟੇਕ ਲਈ ਜਿਹੜੇ ਫਿਲਹਾਲ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਉਹਨਾਂ ਨੂੰ ਤੁਸੀਂ ਕੀ ਗਾਈਡ ਕਰਨਾ ਚਾਹੋਗੇ? ਦੇਖੋ, ਇਹਦੇ ਵਿੱਚ ਅਸੀਂ ਗੱਲ ਕਰਦੇ ਹਾਂ ਜਿਵੇਂ ਕਿ ਹਰ ਬੱਚੇ ਦੇ ਦਿਮਾਗ ਦੇ ਵਿੱਚ ਡਾਊਟ ਹੈਗਾ ਕਿ ਸਾਡਾ ਪੀਟੀ ਸਕੋਰ ਕਿੰਨਾ ਅਸੈਪਟ ਹੋਊਗਾ, ਕਿ ਸਾਡਾ 55 ਪੀਟੀ ਨਾਲ ਵੀਜ਼ਾ ਹੋਊਗਾ ਜਾਂ 56 ਨਾਲ ਜਾਂ 58 ਨਾਲ। ਜਿਨ੍ਹਾਂ ਦਾ ਪੀਟੀ ਸਕੋਰ 60 ਤੋਂ ਥੱਲੇ ਹੈਗਾ ਉਹਨਾਂ ਦੇ ਹਜੇ ਵੀ ਕਨਫਿਊਜ਼ਨ ਹੈਗੇ ਕਿ ਉਹਨਾਂ ਨੂੰ ਇਹੀ ਕਨਫਿਊਜ਼ਨ ਰਹਿੰਦੀ ਕਿ ਸਾਡਾ ਵੀਜ਼ਾ ਆਣਾ ਜਾਂ ਨਹੀਂ ਆਣਾ, ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ ਚੱਲਣੀ ਸ਼ੁਰੂ ਹੋ ਗਈਆਂ ਨੇ ਕਿ ਸਾਡੀ ਐਸਡੀਐਸ ਦੇ ਵਿੱਚ ਫਾਈਲ ਲੱਗੂਗੀ ਤਾਂ ਹੀ ਵੀਜ਼ਾ ਆਊਗਾ। ਦੇਖੋ, ਐਦਾਂ ਦਾ ਕੁਝ ਨਹੀਂ ਹੈਗਾ। ਜੇ ਆਪਾਂ ਗੱਲ ਕਰਦੇ ਪਏ ਆ ਓਵਰਆਲ ਪ੍ਰੋਫਾਈਲ ਦੀ ਇੱਕ ਅਸੈਸਮੈਂਟ ਹੁੰਦੀ ਹੈ। ਜਦੋਂ ਅਸੀਂ ਗੱਲ ਕਰਦੇ ਆ ਪ੍ਰੋਪਰ, ਜਦੋਂ ਬੱਚੇ ਦੀ ਇੱਕ ਐਲੀਜੀਬਿਲਿਟੀ ਬਣਦੀ ਹੈ ਤਾਂ ਹੀ ਬੱਚਾ ਉੱਥੇ ਅਸੈਪਟ ਹੁੰਦਾ ਯੂਨੀਵਰਸਿਟੀ ਤੇ ਕਾਲਜ ਦੇ ਵਿੱਚੋਂ। ਜਦੋਂ ਅਸੀਂ ਇੱਕ ਫਾਈਲ ਲਗਾਉਂਦੇ ਆ ਐਮਬੈਸੀ ਦੇ ਵਿੱਚ, ਜਦੋਂ ਐਮਬੈਸੀ ਦੇ ਵਿੱਚ ਫਾਈਲ ਜਾਂਦੀ ਹੈ ਪੂਰੀ ਡਿਟੇਲਿੰਗ ਨਾਲ ਜਾਂਦੀ ਹੈ। ਹੁਣ ਜਦੋਂ ਅਸੀਂ ਸਕੋਰ ਦੀ ਗੱਲ ਕਰਦੇ ਕਿੰਨਾ ਕੁ ਸਕੋਰ ਸਫੀਸ਼ੀਐਂਟ ਹੈਗਾ ਇੱਕ ਵੀਜ਼ਾ ਲੈਣ ਵਾਸਤੇ, ਕੋਈ ਜ਼ਰੂਰੀ ਨਹੀਂ ਹੈਗਾ ਕਿ ਤੁਹਾਡਾ 60 ਪੀਟੀ ਸਕੋਰ ਹੋਊਗਾ ਤਾਂ ਹੀ ਵੀਜ਼ਾ ਆਊਗਾ, ਇੱਦਾਂ ਦਾ ਕੁਝ ਨਹੀਂ ਹੈਗਾ। ਜੇ ਤੁਹਾਡਾ ਪੀਟੀ ਸਕੋਰ 58 ਹੈ, 56 ਹੈ, ਮੇਰੇ ਕੋਲ ਹੁਣੇ ਵੀਜ਼ੇ ਲੱਗੇ ਨੇ 56 ਤੇ 58 ਪੀਟੀ ਸਕੋਰ ਨਾਲ ਵੀ, ਬਟ ਨੋਟ ਲੈਸ ਦੈਨ ਉਹਨਾਂ ਦੇ 55 ਤੋਂ ਥੱਲੇ ਨਹੀਂ ਸੀਗੇ। ਹੁਣ ਜੇ ਮੈਂ ਇਹਦੇ ਵਿੱਚ ਇੱਕ ਕੰਪੈਰੀਜ਼ਨ ਕਰਾਂਗਾ ਕਿ ਉਨ ਦੋ ਕੇਸ ਦੇ ਬੇਸਿਸ ਤੇ ਮੈਂ ਗੱਲ ਕਰਨ ਲੱਗ ਜਾਂਦਾ ਕਿ ਇੱਕ ਪੀਟੀ ਸਕੋਰ ਤੁਹਾਡਾ ਇੰਨਾ ਕੁ ਅਸੈਪਟ ਹੈਗਾ ਕਿ ਤੁਸੀਂ ਇੰਨੇ ਦੇ ਵੀਜ਼ਾ ਲੈ ਸਕਦੇ ਹੋ। ਹੁਣ ਉਹੀ ਗੱਲ ਚੱਲਦੀ ਪਈ ਕਿ ਕਿਹੜਾ ਬੱਚਾ ਐਸਡੀਐਸ ਜਾਊਗਾ, ਕਿਹੜਾ ਬੱਚਾ ਨੌਨ ਐਸਡੀਐਸ ਜਾਊਗਾ। ਜੇ ਅਸੀਂ ਗੱਲ ਕਰਦੇ ਹਾਂ ਇਹਦੇ ਵਿੱਚ ਇੱਕ ਪੀਟੀ ਦੇ ਵਿੱਚ 60 ਸਕੋਰ ਮਤਲਬ ਤੁਹਾਡਾ 7 ਬੈਂਡ ਦੇ ਨੇੜੇ ਆ ਜਾਂਦਾ ਆਇਲਸ ਦੇ ਵਿੱਚੋਂ। ਹੁਣ ਜਦੋਂ ਆਇਲਸ ਦੇ ਵਿੱਚ ਅਸੀਂ ਗੱਲ ਕਰਦੇ ਇੱਕ ਬੱਚੇ ਵਾਸਤੇ 7 ਬੈਂਡ ਲੈਣੇ ਔਖੇ ਹੋ ਜਾਂਦੇ। ਜਿਹੜੇ ਬੱਚੇ ਨੇ ਕਦੇ ਪੰਜਾਬੀ ਜਾਂ ਜਿਹੜਾ ਹਿੰਦੀ ਵਿੱਚ ਗੱਲ ਕਰਦਾ ਪਿਆ ਸੀ ਇੱਥੇ, ਉਹਨਾਂ ਨੇ ਇੰਗਲਿਸ਼ 'ਚ ਗੱਲ ਹੀ ਨਹੀਂ ਕੀਤੀ। ਉਹਨਾਂ ਨੂੰ ਇੱਕ ਲੈਂਗੁਏਜ ਨੂੰ ਅੰਡਰਸਟੈਂਡ ਕਰਨ ਨੂੰ ਹੀ 3-3 4-4 ਮਹੀਨੇ ਲੱਗ ਜਾਂਦੇ ਆ ਤੇ ਉਹਨਾਂ ਦੇ ਬਾਅਦ ਵੀ ਉਹਨਾਂ ਦੇ ਬੈਂਡ ਸਕੋਰ 6 6.5 ਤੇ ਆ ਕੇ ਟਿਕ ਜਾਂਦੇ। ਕਈ ਵਾਰੀ ਉਹ 5.5 ਵੀ ਰਹਿ ਜਾਂਦਾ ਇੱਕ ਮੋਡਿਊਲ 'ਚ। ਹੁਣ ਜਿਹੜਾ ਬੱਚਾ ਪਹਿਲਾਂ ਇੱਕ ਪੇਪਰ ਜਿਹੜਾ ਐਗਜ਼ਾਮ ਦਿੰਦਾ ਸੀ ਆਇਲਸ ਦਾ, ਹੁਣ ਆਨਲਾਈਨ ਵੀ ਐਗਜ਼ਾਮ ਦਿੰਦੇ ਬੱਚੇ ਜਿਹੜੇ, ਇਹਦੇ ਵਿੱਚ ਜਦੋਂ ਅਸੀਂ ਪੀਟੀ ਦੀ ਗੱਲ ਕਰਦੇ ਕੰਪਿਊਟਰਾਈਜ਼ਡ ਟੈਸਟ ਦਿੰਦੇ ਆ, ਉਹਨਾਂ ਨੂੰ ਉਹ ਚੀਜ਼ ਲੈਂਗੁਏਜ ਸਮਝਣ 'ਚ ਸੌਖੀ ਹੋ ਜਾਂਦੀ, ਜਿਵੇਂ ਮੈਂ ਕਹਿ ਸਕਦਾ ਕਿ ਇੱਕ ਵਿਜ਼ੂਅਲਾਈਜੇਸ਼ਨ ਆ ਜਾਂਦੀ ਹੈ। ਜਦੋਂ ਇੱਕ ਬੰਦਾ ਉਸ ਚੀਜ਼ ਨੂੰ ਸਮਝਦਾ ਤੇ ਉਹਦਾ ਪ੍ਰੈਕਟੀਕਲ ਕਰਕੇ ਦੇਖਦਾ ਤੇ ਉਹੀ ਚੀਜ਼ ਉਹਨਾਂ ਵਾਸਤੇ ਈਜ਼ੀ ਹੋ ਜਾਂਦੀ ਹੈ। ਇਸ ਕਰਕੇ ਜਿਹੜੇ ਬੱਚੇ ਪੀਟੀ ਦੇ ਵਿੱਚ, ਮੈਂ ਕਹਿ ਸਕਦਾ ਕਿ ਉਹ ਬੱਚਾ ਪੀਟੀ ਦੇ ਵਿੱਚ 58-60 ਆਰਾਮ ਨਾਲ ਲੈ ਸਕਦਾ ਹੈ ਜਿਨ੍ਹਾਂ ਦੇ ਬੈਂਡ ਸਕੋਰ 6 ਦੇ ਵਿੱਚ ਰਹਿ ਜਾਂਦਾ ਹੈ ਆਇਲਸ ਦੇ ਵਿੱਚੋਂ। ਇਹ ਕੰਪੈਰੀਜ਼ਨ ਹੈਗਾ, ਜਦੋਂ 60 ਦੀ ਗੱਲ ਕਰੇ ਤਾਂ 7 ਬੈਂਡ ਦੇ ਅਕੋਰਡਿੰਗ ਕੰਪੈਰੀਜ਼ਨ ਆ ਜਾਂਦਾ ਹੈ ਤੇ ਕੋਈ ਜ਼ਰੂਰੀ ਨਹੀਂ ਹੈਗਾ ਕਿ ਬੱਚੇ ਦੇ ਦਿਮਾਗ ਦੇ ਵਿੱਚ ਕਨਫਿਊਜ਼ਨ ਇਸ ਕਰਕੇ ਚੱਲਦੀ ਪਈ ਹੈ ਕਿਉਂਕਿ ਹਰੇਕ ਬੰਦਾ ਆਪਣੀ ਰਿਪਰੈਜ਼ੈਂਟੇਸ਼ਨ ਦਿੰਦਾ ਆਪਣੇ ਤਰੀਕੇ ਨਾਲ ਸਾਰਿਆਂ ਨੂੰ ਦੱਸਦਾ ਪਿਆ। ਜਿੰਨੇ ਵੀ ਮਾਰਕੀਟ ਦੇ ਵਿੱਚ ਏਜੰਟ ਹੈ ਸਾਰੇ ਇਹੀ ਕਹਿੰਦੇ ਕਿ ਪੀਟੀ 60 ਹੋਊਗਾ ਤੇ ਵੀਜ਼ਾ ਆ ਜਾਊਗਾ, ਉਹਦੇ ਘੱਟ ਹੋਊਗਾ ਤੇ ਵੀਜ਼ਾ ਨਹੀਂ ਆਊਗਾ। ਇੱਦਾਂ ਕਿਤੇ ਵੀ ਵੈਬਸਾਈਟ ਤੇ ਨਹੀਂ ਲਿਖਿਆ ਕਿ ਤੁਹਾਡਾ ਜੇ 60 ਦੇ ਵਿੱਚ ਸਕੋਰ ਹੋਊਗਾ ਤੁਹਾਨੂੰ ਵੀਜ਼ਾ ਹੀ ਨਹੀਂ ਦੇਣਾ ਐਮਬੈਸੀ ਨੇ। ਸਿਰਫ ਇੱਕ ਉਹਨਾਂ ਨੇ 4 ਕੈਟੇਗਰੀ ਦੇ ਵਿੱਚ ਜਿਹੜਾ ਇੱਕ ਇੰਗਲਿਸ਼ ਲੈਂਗੁਏਜ ਮੋਡਿਊਲਸ ਟੈਸਟ ਹੁੰਦਾ, ਉਹਨਾਂ ਨੇ ਉਹ ਕੈਟੇਗਰੀਜ਼ ਐਡ ਕਰ ਦੀ ਜਿਵੇਂ ਪਹਿਲਾਂ ਵੀ ਸੀਗੀ। ਹੁਣ ਆਇਲਸ ਹੋ ਗਿਆ, ਟੋਫਲ ਹੋ ਗਿਆ, ਸੈਲਪਿਪ ਹੋ ਗਿਆ ਐਂਡ ਪੀਟੀ ਸਕੋਰ ਹੋ ਗਿਆ। ਉਹਨਾਂ ਨੇ ਇਹ ਕਹਿਤਾ ਕਿ ਆਪਾਂ ਐਸਡੀਐਸ ਦੇ ਵਿੱਚ ਕਾਊਂਟ ਕਰ ਲਾਂਗੇ ਜਿਹੜਾ ਉਹਨਾਂ ਦਾ ਸਕੋਰ ਹੈਗਾ 60 ਹੋ ਗਿਆ। ਟੋਫਲ ਦੇ ਵਿੱਚ ਵੀ ਉਹਨਾਂ ਨੇ ਇੱਕ ਸਕੋਰ ਰੱਖ ਦਿਆ 80 ਕੁਝ ਸਮਥਿੰਗ ਇੱਦਾਂ ਦਾ, ਤੇ ਉਹ ਚੀਜ਼ ਉਹਨਾਂ ਨੇ ਮੈਂਸ਼ਨ ਕਰਤੀ। ਬਟ ਅਜੇ ਰੂਲਸ ਇੰਪਲੀਮੈਂਟ ਨਹੀਂ ਹੋਏ। ਇਹਦਾ ਐਕਚੁਅਲ 'ਚ ਪਰਪਸ ਕੀ ਹੈਗਾ ਕਰਨ ਦਾ, ਕਿ ਉਹ ਕੈਟੇਗਰੀਜ਼ ਆਇਡੈਂਟੀਫਾਈ ਕਰ ਰਹੇ ਜਾਂ ਬੱਚੇ ਆਇਡੈਂਟੀਫਾਈ ਕਰ ਰਹੇ ਕਿ ਉਹਨਾਂ ਕੋਲ ਕਿਹੜਾ ਬੱਚਾ ਆਊਗਾ। ਹੁਣ ਕਿਸੇ ਨੇ ਇੱਕ ਵੈਬਸਾਈਟ ਦੇ ਉੱਤੇ ਪਾਇਆ ਕਿ ਆਇਲਸ ਦੇ ਵਿੱਚ ਜੇ ਓਵਰਆਲ 6 ਬੈਂਡ ਹੋਣਗੇ ਤੇ ਉਹ ਵੀ ਐਸਡੀਐਸ ਦੇ ਵਿੱਚ ਆਊਗਾ। ਦੈਟ ਮੀਨਸ ਜੇ ਓਵਰਆਲ 6 ਬੈਂਡ ਉਹ ਪਾ ਰਹੇ ਨੇ ਤੇ ਕਿ ਇੱਕ ਮੋਡਿਊਲ 5.5 ਲਓਗੇ, ਉਹ ਵੀ ਚੀਜ਼ ਆ ਜਾਂਦੀ ਹੈ। ਤੇ ਉਹਨਾਂ ਨੇ ਉਹ ਜਸਟੀਫਾਈ ਕਰਦਾ ਕਿ ਤੁਹਾਡਾ ਰੀਡਿੰਗ ਜਾਂ ਰਾਈਟਿੰਗ 'ਚ ਹੋਣਾ ਚਾਹੀਦਾ ਜਾਂ ਸਪੀਕਿੰਗ ਜਾਂ ਲਿਸਨਿੰਗ ਦੇ ਵਿੱਚ ਹੋਣਾ ਚਾਹੀਦਾ। ਹੁਣ ਜਦੋਂ ਮੈਂ ਗੱਲ ਕਰਦਾ ਇੱਕ ਬੰਦੇ ਦੀ ਕਮਿਊਨੀਕੇਸ਼ਨ ਇੰਪੋਰਟੈਂਟ ਹੋ ਜਾਂਦੀ ਹੈ। ਜਦੋਂ ਇਸ ਕੰਟਰੀ ਤੋਂ ਉੱਥੇ ਦੂਸਰੀ ਕੰਟਰੀ ਜਾਂਦਾ ਬੰਦਾ ਇੰਗਲਿਸ਼ ਕੰਟਰੀ ਦੇ ਵਿੱਚ, ਇਸ ਕਰਕੇ ਉਹ ਇੱਕ ਲੈਂਗੁਏਜ ਟੈਸਟ ਰੱਖਿਆ ਜਾਂਦਾ ਹੈ। ਜਦੋਂ ਇੱਕ ਬੱਚੇ ਦੀ ਕਨਫਿਊਜ਼ਨ ਹੈ ਉਹ ਜਾਇਜ਼ ਹੈ ਕਿਉਂਕਿ ਉਹਨਾਂ ਨੂੰ ਸਿਰਫ ਆਪ ਨਹੀਂ ਪਤਾ ਕਿ ਸਕੋਰ ਕਿੰਨਾ, ਕਿਉਂਕਿ ਉਹਨਾਂ ਨੂੰ ਤਾਂ 80 ਦੱਸ ਰਹੇ ਆ ਕਿ ਤੁਹਾਡਾ ਸਕੋਰ ਇੰਨਾ ਹੋਊਗਾ ਜੀ, ਇੰਨਾ ਵੀਜ਼ਾ ਆ ਜਾਊਗਾ।
ਹਜੇ ਵੀ ਮੈਂ ਕਹਿੰਦਾ ਸਾਰੇ ਬੱਚਿਆਂ ਕੋਲ ਟਾਈਮ ਹੈਗਾ, ਜਿਹੜੇ ਬੱਚੇ ਸੈਪਟੈਂਬਰ ਇਨਟੇਕ ਲਈ ਹਜੇ ਵੀ ਬੈਠੇ ਇਹ ਸੋਚ ਕੇ ਕਿ ਸਾਡਾ 55 ਪੀਟੀ ਸਕੋਰ ਹੈ ਅਸੀਂ ਅਪਲਾਈ ਨਹੀਂ ਕਰ ਸਕਦੇ, ਮੈਂ ਕਹਿੰਦਾ ਉਹਨਾਂ ਦੇ ਵੀ ਵੀਜ਼ੇ ਆਉਂਗੇ, ਤੁਸੀਂ ਜ਼ਰੂਰ ਅਪਲਾਈ ਕਰੋ, ਕਿਉਂਕਿ ਕਿਤੇ ਵੀ ਵੈਬਸਾਈਟ ਤੇ ਮੈਂਸ਼ਨ ਨਹੀਂ ਹੈਗਾ ਜੇ ਤੁਹਾਡਾ 60 ਦੇ ਥੱਲੇ ਹੋਊਗਾ ਤੁਹਾਡਾ ਵੀਜ਼ਾ ਨਹੀਂ ਆਊਗਾ। ਬਿਲਕੁਲ ਸਹੀ ਗੱਲ ਹੈ। ਸੋ ਸਟੂਡੈਂਟਸ ਨੂੰ ਇਹਨਾਂ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ, ਔਰ ਸਭ ਤੋਂ ਵੱਡੀ ਗੱਲ ਕਿ 10 ਅਗਸਤ ਤੋਂ ਜੋ ਹੈ ਰੂਲਸ ਨਵੇਂ ਐਪਲੀਕੇਬਲ ਹੋਣ ਜਾ ਰਹੇ ਨੇ। ਸੋ ਯਾਨੀ ਅਸੀਂ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ ਕਿ ਜਿਹੜੇ ਜਨਵਰੀ ਇਨਟੇਕ ਲਈ ਸਟੂਡੈਂਟਸ ਨੇ ਅਪਲਾਈ ਕਰਨਾ ਉਹ ਹੀ ਇਹਨਾਂ ਨਵੇਂ ਰੂਲਸ ਦੇ ਅਕੋਰਡਿੰਗਲੀ ਅਪਲਾਈ ਕਰ ਸਕਣਗੇ। ਸੋ ਸੈਪਟੈਂਬਰ ਇਨਟੇਕ ਤੇ ਫੋਕਸ ਕਰਨਾ ਹੈ ਤਾਂ ਜ਼ਰੂਰ ਤੁਸੀਂ ਜੋ ਹੈ ਇੱਥੇ ਕੀ ਤੁਸੀਂ ਸੁਜੈਸਟ ਕਰਦੇ ਹੋ ਕਿ ਕਿਉਂਕਿ ਫਿਰ ਫਿਲਹਾਲ ਤੱਕ ਤਾਂ ਪੀਟੀ ਜਿਹੜਾ ਹੈ ਨਾਨ ਐਸਡੀਐਸ ਕੈਟਾਗਰੀ ਵਿੱਚ ਹੀ ਰਹੇਗਾ, ਤੇ ਜੇਕਰ ਐਸਡੀਐਸ ਵਿੱਚ ਕਰਨਾ ਚਾਹੁੰਦੇ ਨੇ ਤਾਂ ਆਇਲਸ ਦੇ ਨਾਲ ਹੀ ਅਪਲਾਈ ਕਰਨਾ ਚਾਹੀਦਾ ਹੈ। ਦੇਖੋ ਐਸਡੀਐਸ ਕੈਟਾਗਰੀ ਮੈਂ ਹਮੇਸ਼ਾ ਇਹ ਗੱਲ ਕਰਦਾ ਕਿ ਜਿਹੜਾ ਬੱਚਾ ਪੀਟੀਜ਼ ਨੂੰ ਕਰਦਾ ਹੈ ਕਿ ਉਹਨੂੰ ਇਹ ਲੱਗਦਾ ਕਿ ਉਹਦੇ ਬੈਂਡ ਸਕੋਰ ਆਇਲਸ ਦੇ ਵਿੱਚ ਨਹੀਂ ਆਉਂਦੇ। ਜਦੋਂ ਇੱਕ ਬੱਚਾ ਆਇਲਸ ਦੀ ਪ੍ਰੈਕਟਿਸ ਕਰਦਾ ਹੈ ਉਹ ਪ੍ਰੈਕਟਿਸ ਦੇ ਅਕੋਰਡਿੰਗ ਉਹਨਾਂ ਨੂੰ ਮੌਕ ਟੈਸਟ ਤੇ ਹੀ ਪਤਾ ਲੱਗ ਜਾਂਦਾ ਕਿ ਉਹਨਾਂ ਦੇ ਬੈਂਡ ਸਕੋਰ ਕਿੰਨੇ ਆਣੇ ਕਿੰਨੇ ਨਹੀਂ ਆ ਸਕਦੇ। ਹੁਣ ਜਦੋਂ ਬੱਚਾ ਪੀਟੀ ਕਰਦਾ, ਪੀਟੀ ਉਹਨਾਂ ਨੇ ਕੰਪਿਊਟਰਾਈਜ਼ ਟੈਸਟ ਕਰਦਾ ਪਿਆ, ਪੂਰੀ ਪ੍ਰੈਕਟਿਸ ਕਰਦਾ ਪਿਆ, ਹੋ ਸਕਦਾ ਅੱਜ ਦੀ ਡੇਟ ਦੀ ਜਿਹੜੀ ਜਨਰੇਸ਼ਨ ਹੈਗੀ ਆ ਉਹ ਸਟਾਰਟਿੰਗ ਤੇ ਹੀ ਮੋਬਾਈਲ ਤੇ ਲੱਗ ਜਾਂਦੀ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਬੱਚੇ ਕੋਲ 10th ਸਟੈਂਡਰਡ ਤੋਂ ਇੱਕ ਸਮਾਰਟਫੋਨ ਹੈਗਾ ਤੇ ਉਹਨਾਂ ਦੇ ਘਰ ਸਿਸਟਮ ਹੈਗੇ ਨੇ, ਸਾਰਾ ਕੁਝ ਹੈਗਾ, ਉਹਨਾਂ ਨੂੰ ਉਹ ਚੀਜ਼ ਈਜ਼ੀ ਹੋ ਜਾਂਦੀ ਹੈ ਪ੍ਰੈਕਟਿਸ ਕਰਨੀ। ਈਵਨ ਕਈ ਸੋਸ਼ਲ ਮੀਡੀਆ ਨੈਟਵਰਕਿੰਗ ਸਾਈਟਸ ਤੇ ਵੀ ਕਮਿਊਨੀਕੇਟ ਕਰਦੇ ਆ ਤੇ ਉਹਨਾਂ ਨੂੰ ਟਾਈਪਿੰਗ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ। ਇਸ ਕਰਕੇ ਪੀਟੀ ਥੋੜਾ ਹੈਲਪਫੁਲ ਹੋ ਜਾਂਦਾ ਬੱਚਿਆਂ ਲਈ। ਜਦੋਂ ਬੱਚਾ ਇੱਕ ਐਸਡੀਐਸ ਕੈਟਾਗਰੀ ਸੋਚਦਾ ਪਿਆ ਕਿ ਮੈਂ ਐਸਡੀਐਸ ਕੈਟਾਗਰੀ ਦੇ ਵਿੱਚ ਅਪਲਾਈ ਕਰਾਂ ਤੇ ਮੇਰਾ ਵੀਜ਼ਾ ਆ ਜਾਊਗਾ, ਮੈਂ ਅੱਜ ਵੀ ਇਹੀ ਗੱਲ ਕਹਿੰਦਾ ਜੇ ਤੁਸੀਂ ਐਸਡੀਐਸ ਕੈਟਾਗਰੀ ਨੂੰ ਸਿਰਫ ਆਪਣੇ ਦਿਮਾਗ ਦੇ ਵਿੱਚ ਰੱਖਦੇ ਹੋ ਇਹ ਸੋਚ ਕੇ ਕਿ ਮੇਰੇ 7 ਬੈਂਡ ਆ ਜਾਊਗੇ ਤੇ ਮੇਰੇ ਵੀਜ਼ਾ ਆ ਜਾਊਗਾ, ਐਦਾਂ ਕੁਝ ਨਹੀਂ ਹੈਗਾ। ਤੁਹਾਡੀ ਓਵਰਆਲ ਪ੍ਰੋਫਾਈਲ ਅਸੈਸ ਕੀਤੀ ਜਾਂਦੀ ਹੈ। ਤੁਹਾਡਾ ਜੇ ਪੀਟੀ ਸਕੋਰ ਵੀ 65 ਹੋਊਗਾ ਤੇ ਉਹ ਜ਼ਰੂਰੀ ਨਹੀਂ ਹੈਗਾ ਕਿ 65 ਨਾਲ ਵੀ ਵੀਜ਼ਾ ਆਊਗਾ। ਮੈਂ 65 ਨਾਲ ਦੇ ਵੀ ਰਿਫਿਊਜ਼ਲ ਦੇਖਿਆ ਜਸਟ ਬਿਕੋਜ਼ ਆਫ ਦਾ ਉਹਨਾਂ ਦੀ ਪ੍ਰੋਫਾਈਲ ਦੇ ਅਕੋਰਡਿੰਗ। ਤੇ ਇਹ ਚੀਜ਼ ਬੱਚੇ ਨੂੰ ਆਪ ਦੇਖਣਾ ਹੈ ਕਿ ਉਹਨਾਂ ਦੀ ਓਵਰਆਲ ਅਸੈਸਮੈਂਟ ਹੁੰਦੀ ਹੈ। ਜਦੋਂ ਇੱਕ ਏਜੰਟ ਕੋਲ ਜਾਂਦੇ ਹੋ, ਏਜੰਟ ਦੀ ਇੱਕ ਰਿਸਪੌਂਸਿਬਿਲਟੀ ਬਣ ਜਾਂਦੀ ਹੈ। ਜਦੋਂ ਮੇਰੇ ਕੋਲ ਕੋਈ ਕੇਸ ਆਊਗਾ ਮੇਰੀ ਰਿਸਪੌਂਸਿਬਿਲਟੀ ਇਹ ਬਣਦੀ ਹੈ ਕਿ ਉਹ ਪ੍ਰੋਫਾਈਲ ਗਲਤ ਨਾ ਜਾਵੇ। ਜਿਵੇਂ ਉਹਨਾਂ ਦੇ ਕੇਸ ਕੀ ਹੈਗਾ, ਉਹਨਾਂ ਦਾ ਕਾਲਜ ਕੋਰਸ ਕਿਹੜਾ ਹੈਗਾ, ਉਹਨਾਂ ਦੀ ਗੈਪ ਦੇ ਵਿੱਚ ਕੀ ਬੱਚੇ ਨੇ ਕੀਤਾ, ਐਕਚੁਅਲ ਗੈਪ ਜਸਟੀਫਿਕੇਸ਼ਨ ਕੀ ਹੈ, ਕਈ ਫੇਕ ਡਾਕੂਮੈਂਟ ਲਗਾ ਦਿੰਦੇ ਆ ਤੇ ਉਹ ਚੀਜ਼ਾਂ ਤੋਂ ਬਚਣਾ ਹੈ ਕਿ ਤੁਸੀਂ ਫੇਕ ਡਾਕੂਮੈਂਟ ਲਗਾ ਕੇ ਆਪਣੀ ਫਾਈਲਿੰਗ ਦੇ ਵਿੱਚ ਦੇ ਦਿੰਦੇ ਹੋ ਤੇ ਉਹਨਾਂ ਦੇ ਉੱਤੇ ਫਿਰ ਕੰਸਰਨ ਆ ਜਾਂਦੇ ਤੇ ਉਹ ਬੈਨ ਵੀ ਹੋ ਜਾਂਦੇ ਆ ਬੱਚੇ। ਤੇ ਇਹ ਚੀਜ਼ ਦੇਖਣੀ ਕਿ ਤੁਸੀਂ ਜੈਨੂਇਨ ਚੀਜ਼ ਦੇ ਰਹੇ ਹੋ, ਆਪਣੀ ਜਿਹੜੀ ਵੀ ਜੈਨੂਇਨ ਡਾਕੂਮੈਂਟੇਸ਼ਨ ਹੈਗੀ ਤੁਸੀਂ ਦੇਣੀ ਹੈ। ਪਲੱਸ ਜਿਹੜਾ ਵੀ ਤੁਹਾਡਾ ਡਾਕੂਮੈਂਟੇਸ਼ਨ ਹੈ ਓਵਰਆਲ ਅਸੈਸ ਕਰਨ ਤੋਂ ਬਾਅਦ ਹੀ ਤੁਹਾਨੂੰ ਕੋਰਸ ਚੂਜ਼ ਕਰਨਾ ਚਾਹੀਦਾ ਕਿ ਤੁਹਾਡਾ ਵੀਜ਼ਾ ਨਿਕਲੂਗਾ ਜਾਂ ਨਹੀਂ। ਹੁਣ ਕਈ ਬੱਚਿਆਂ ਦੇ ਆਪਸ਼ਨਸ ਹੁੰਦੇ ਜਿਵੇਂ ਬੱਚਾ ਕਹਿੰਦਾ ਕਿ ਮੈਂ ਉਸ ਪਲੇਸ ਤੇ ਹੀ ਜਾਣਾ, ਕਿ ਮੈਂ ਉਸ ਥਾਂ ਤੇ ਹੀ ਜਾਵਾਂਗਾ, ਚਾਹੇ ਓਨਟਾਰੀਓ, ਮਿਸੀਸੌਗਾ ਜਾਂ ਬ੍ਰਿਟਿਸ਼ ਕੋਲੰਬੀਆ ਇੱਥੇ ਜਾਂ ਐਲਬਰਟਾ ਵਾਲੀ ਸਾਈਡ। ਬੱਚਾ ਬਹੁਤ ਸਾਰੇ ਆਪਸ਼ਨਸ ਦੇਖਦਾ। ਹੁਣ ਕਿਹੜੀ ਪਾਸੇ ਇਹ ਵੀ ਹੋ ਸਕਦਾ ਕਿ ਇੱਥੇ ਮੈਥਸ ਦੀ ਰਿਕੁਆਇਰਮੈਂਟ ਵੀ ਹੋਵੇ 12th ਐਜੂਕੇਸ਼ਨ ਦੇ ਵਿੱਚੋਂ। ਕਈ ਬੱਚੇ ਕੋਲ ਉਹ ਸਬਜੈਕਟਸ ਵੀ ਨਹੀਂ ਹੁੰਦੇ ਤੇ ਜਿੱਥੇ ਬੱਚੇ ਦੀ ਐਲੀਜੀਬਿਲਟੀ ਨਹੀਂ ਬਣਦੀ ਬੱਚੇ ਉੱਥੇ ਵੀ ਟਰਾਈ ਕਰਦੇ ਆ ਜਸਟ ਬਿਕੋਜ਼ ਆਫ ਉਹਨਾਂ ਦੇ ਆਇਲਸ ਜਾਂ ਪੀਟੀ ਸਕੋਰ ਦੇ ਕਾਰਨ, ਕਿਉਂਕਿ ਉਹਨਾਂ ਦੇ 7 ਬੈਂਡ ਸੀ, ਬੱਚਾ ਸੋਚਦਾ ਮੈਂ ਅਪਲਾਈ ਕਰ ਲਾਂ। ਐਦਾਂ ਕੁਝ ਨਹੀਂ ਹੈਗਾ ਬੱਚੇ, ਜੇ ਤੁਹਾਡੀ ਐਪਲੀਕੇਸ਼ਨ ਉੱਥੇ ਅਸੈਸਮੈਂਟ ਦੇ ਅਕੋਰਡਿੰਗ ਐਲੀਜੀਬਿਲਟੀ ਨਹੀਂ ਬਣਦੀ ਤੁਸੀਂ ਉੱਥੇ ਹੱਥ ਹੀ ਨਾ ਪਾਓ, ਕਿਉਂਕਿ ਤੁਹਾਨੂੰ ਉੱਥੇ ਨੁਕਸਾਨ ਹੋਣਾ 2 ਮਹੀਨੇ ਬਾਅਦ 3 ਮਹੀਨੇ ਬਾਅਦ, ਜੇ ਤੁਹਾਡੀ ਐਪਲੀਕੇਸ਼ਨ ਰਿਜੈਕਟ ਹੋ ਜਾਊਗੀ। ਇਹ ਚੀਜ਼ਾਂ ਬੱਚੇ ਨੂੰ ਪਹਿਲਾਂ ਦੇਖਣੀਆਂ ਪੈਣੀਆਂ। ਇਸ ਕਰਕੇ ਉਹ ਬੱਚਾ ਜਦੋਂ ਕਿਸੇ ਏਜੰਟ ਕੋਲ ਜਾਂਦਾ ਤਾਂ ਏਜੰਟ ਦਾ ਸਮਾਰਟ ਵਰਕ ਹੁੰਦਾ ਉੱਥੇ। ਬਿਲਕੁਲ ਸਹੀ ਗੱਲ ਹੈ। ਸੋ ਪਹਿਲਾਂ ਤੋਂ ਹੀ ਤੁਸੀਂ ਪ੍ਰਿਪੇਅਰ ਰਹੋ, ਤੁਹਾਨੂੰ ਪਤਾ ਹੋਵੇ ਕੀ ਸਹੀ ਹੈ ਕੀ ਗਲਤ। ਇਸ ਲਈ ਅਸੀਂ ਇਹ ਵੀਡੀਓਜ਼ ਲੈ ਕੇ ਆਉਂਦੇ ਹਾਂ, ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦੇ ਹਾਂ। ਤੇ ਬਹੁਤ ਬਹੁਤ ਥੈਂਕਸ ਹਿਤੇਸ਼, ਕੈਨੇਡਾ ਨੂੰ ਲੈ ਕੇ ਪੀਟੀ ਨੂੰ ਲੈ ਕੇ ਜਿਹੜਾ ਸਟੂਡੈਂਟਸ ਦੇ ਮਨ ਵਿੱਚ ਕਨਫਿਊਜ਼ਨ ਵਾਲਾ ਪੁਆਇੰਟ ਸੀ ਤੁਸੀਂ ਉਸ ਨੂੰ ਕਲੀਅਰ ਕੀਤਾ ਅੱਜ। ਤੇ ਅੱਗੋਂ ਵੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਥੈਂਕ ਯੂ ਸੋ ਮਚ।